ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ। ਅੱਜ ਦੇ ਪਾਕ ਕਲਾਮ ਦੇ ਵਿੱਚ ਅਸੀਂ ਜਾਂਦੇ ਹਾਂ। ਸੋ ਅੱਜ ਦੇ ਪਾਕ ਕਲਾਮ ਜੋ ਖੁਦਾਵੰਦ ਨੇ ਮੈਨੂੰ ਦਿੱਤਾ ਸਾਡੇ ਸਾਰਿਆਂ ਦੇ ਲਈ, ਜਿਸ਼ਾਇਆ ਨਬੀ ਦੀ ਪੁਸਤਕ 66 ਦੀ ਫਰਸਟ ਔਰ ਸੈਕਿੰਡ ਵਰਸ। ਜਿਸ਼ਾਇਆ ਦੀ 66 1 ਤੇ 2 ਉਹਦੀ ਜਿਹੜੀ ਵਰਸ ਆ ਉਹ ਪਰਮੇਸ਼ਵਰ ਨੇ ਦਿੱਤੀ ਅੱਜ। ਤੇ ਸਾਰੇ ਜਣੇ ਮੇਰੇ ਨਾਲ ਪੜ੍ਹ ਸਕਦੇ ਆ। ਅਗਰ ਤੁਸੀਂ ਆਲਸ ਪੁਣੇ ਦੇ ਵਿੱਚ ਨਹੀਂ ਆ ਤੇ ਬਾਈਬਲ ਜ਼ਰੂਰ ਕੱਢੀ ਹੋਵੇਗੀ, ਕਿਉਂਕਿ ਸੁਣਨਾ ਮਸੀਹ ਦੇ ਵਚਨਾਂ ਨੂੰ ਬਾਈਬਲ ਕਹਿੰਦੀ ਹੈ। ਤਾਂ ਮਸੀਹ ਦੇ ਵਚਨ ਨੂੰ ਸੁਣਨ ਲਈ ਅਗਰ ਤੁਸੀਂ ਤੱਤ ਤੇ ਆ, ਮਤਲਬ ਰੈਡੀ ਆ, ਤੇ ਪਰਮੇਸ਼ਵਰ ਵੀ ਤੁਹਾਡੇ ਜੀਵਨ 'ਚ ਕੰਮ ਕਰਨ ਲਈ ਰੈਡੀ ਹੁੰਦੇ ਆ। ਸੋ ਅੱਜ ਦਾ ਜੋ ਪਰਮੇਸ਼ਵਰ ਦਾ ਮੰਨਾ ਹੈ, ਜੋ ਕਲਾਮ ਹੈ, ਖੁਦਾਵੰਦ ਨੇ ਜੋ ਮੈਨੂੰ ਦਿੱਤਾ, ਇਹਦੇ ਵਿੱਚ ਪਰਮੇਸ਼ਵਰ ਨੇ ਬਹੁਤ ਵੱਡੀ ਗੱਲ ਸਾਡੇ ਲਈ ਕਹਿ ਦਿੱਤੀ। ਮੈਂ ਫਿਰ ਕਹਿੰਦੀ ਆ, ਜਿਹੜੇ ਬਚਨ ਸੁਣਨ ਵਾਲੇ ਆ, ਪੜ੍ਹਨ ਵਾਲੇ ਆ ਤੇ ਇਹਦੇ ਤੇ ਚੱਲਣ ਵਾਲੇ ਆ, ਉਹ ਕਦੇ ਵੀ ਭੁਲੇਵੇਂ 'ਚ ਨਹੀਂ ਰਹਿੰਦੇ। ਉਹਨਾਂ ਨੂੰ ਪਰਮੇਸ਼ਵਰ ਦੇ ਸੁਭਾਅ ਬਾਰੇ ਪਤਾ ਲੱਗ ਜਾਂਦਾ। ਜਿੰਨੇ ਵੀ ਜਨ ਪਰਮੇਸ਼ਵਰ ਦੇ ਪਵਿੱਤਰ ਕਲਾਮ ਨੂੰ ਪੜ੍ਹਨ ਵਾਲੇ ਆ, ਉਹ ਖੁਦਾ ਦੇ ਨੇਚਰ ਨੂੰ ਜਾਣ ਲੈਂਦੇ ਆ ਕਿ ਖੁਦਾ ਨੂੰ ਕਿਹੜੀ ਚੀਜ਼ ਪਸੰਦ ਆ, ਕਿਹੜੀ ਨਹੀਂ ਪਸੰਦ। ਜਿਸ ਤਰ੍ਹਾਂ ਆਪਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਦੇਖਦੇ ਆ, ਇੱਕ ਵਾਈਫ ਨੂੰ ਆਪਦੇ ਹਸਬੈਂਡ ਦਾ ਪਤਾ ਹੁੰਦਾ ਕਿ ਉਹਨੂੰ ਕਿਹੜੀ ਚੀਜ਼ ਪਸੰਦ ਆ, ਕਿਹੜੀ ਨਹੀਂ। ਇੱਕ ਹਸਬੈਂਡ ਨੂੰ ਆਪਣੀ ਵਾਈਫ ਲਈ ਪਤਾ ਹੁੰਦਾ, ਆਪਣੇ ਬੱਚਿਆਂ ਲਈ ਮਦਰ ਨੂੰ ਪਤਾ ਹੁੰਦਾ, ਬਾਪ ਨੂੰ ਆਪਣੇ ਬੱਚਿਆਂ ਲਈ ਪਤਾ ਹੁੰਦਾ। ਸੋ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਰਿਸ਼ਤਾ ਜੋੜਦੇ ਇਸ ਵਚਨ ਨੂੰ ਪੜ੍ਹ ਕੇ, ਤੇ ਫਿਰ ਸਾਨੂੰ ਖੁਦਾਵੰਦ ਦੇ ਸੁਭਾਅ ਬਾਰੇ ਪਤਾ ਲੱਗ ਜਾਂਦਾ ਕਿ ਸਾਡੇ ਪਰਮੇਸ਼ਵਰ ਨੂੰ ਕਿਹੜੀ ਚੀਜ਼ ਪਸੰਦ ਆ, ਕਿਹੜੀ ਨਹੀਂ। ਅਗਰ ਅਸੀਂ ਇਸ ਨੂੰ ਪੜ੍ਹਨ ਵਾਲੇ ਆ ਤਾਂ, ਤੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਤੇ ਅਸੀਂ ਓਬਵੀਅਸਲੀ ਉਹੀ ਕਰਾਂਗੇ ਜੋ ਉਹਨੂੰ ਪਸੰਦ ਆ। ਅਗਰ ਅਸੀਂ ਇਸ ਨੂੰ ਪੜ੍ਹਨ ਵਾਲੇ ਨਹੀਂ ਹੋ ਤੇ ਕਿੱਦਾਂ ਅਸੀਂ ਉਹਦੇ ਸੁਭਾਅ ਦੇ ਅਕੋਰਡਿੰਗ ਕੰਮ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਕਿਉਂਕਿ ਅਸੀਂ ਪੜ੍ਹਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਕੀ ਕਰਨਾ। ਤੇ ਜਦ ਤੱਕ ਪਤਾ ਹੀ ਨਹੀਂ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਆ, ਤੇ ਅਸੀਂ ਉਸ ਨੂੰ ਪੂਰਾ ਕਿੱਦਾਂ ਕਰ ਸਕਦੇ ਹਾਂ? ਇਸ ਲਈ ਮੈਂ ਬਾਰ-ਬਾਰ ਇਹ ਚੀਜ਼ ਕਹਿੰਦੀ ਹਾਂ, ਸਭ ਤੋਂ ਵੱਧ ਪਰਮੇਸ਼ਵਰ ਦੇ ਕਲਾਮ ਨੂੰ ਪੜ੍ਹੋ, ਸਭ ਤੋਂ ਵੱਧ, ਤਾਂ ਕਿ ਤੁਸੀਂ ਭੁਲੇਖੇ 'ਚ ਨਾ ਰਹੋ, ਧੋਖੇ 'ਚ ਨਾ ਰਹੋ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਤੁਹਾਨੂੰ ਪਰਮੇਸ਼ਵਰ ਦੇ ਨੇਚਰ ਦਾ ਪਤਾ ਲੱਗ ਜਾਣਾ ਕਿ ਖੁਦਾਵੰਦ ਦਾ ਨੇਚਰ ਕੀ ਆ ਔਰ ਉਹ ਕੀ ਐਕਸੈਪਟ ਕਰਦੇ ਆ ਸਾਡੇ ਤੋਂ। ਜਦੋਂ ਸਾਨੂੰ ਇਹ ਪਤਾ ਲੱਗ ਗਿਆ, ਅਸੀਂ ਭੈੜੀ ਚਾਲ ਤੋਂ ਬਚ ਜਾਵਾਂਗੇ, ਅਸੀਂ ਦੁਰਉਪਯੋਗ ਤੋਂ ਬਚ ਜਾਵਾਂਗੇ, ਅਸੀਂ ਚਤੁਰਾਈਆਂ ਤੋਂ ਬਚ ਜਾਵਾਂਗੇ, ਚਲਾਕੀਆਂ ਤੋਂ ਬਚ ਜਾਵਾਂਗੇ, ਦੋਸ਼ ਲਗਾਉਣ ਤੋਂ ਬਚ ਜਾਵਾਂਗੇ, ਦੋਸ਼ ਕੱਢਣ ਤੋਂ ਬਚ ਜਾਵਾਂਗੇ, ਜਦੋਂ ਸਾਨੂੰ ਉਹਦੇ ਸੁਭਾਅ ਦਾ ਪਤਾ ਲੱਗ ਗਿਆ। ਸੋ ਅੱਜ ਦਾ ਵਚਨ ਮੈਂ ਪੜ੍ਹਦੀ ਹਾਂ, ਤੇ ਜ਼ਰੂਰ ਇਸ ਨੂੰ ਸੁਣਨਾ ਔਰ ਪੜ੍ਹਨਾ, ਕਿਉਂਕਿ ਖੁਦਾਵੰਦ ਆਪਣੇ ਵਚਨ ਨੂੰ ਹੀ ਭੇਜ ਕੇ ਸਾਨੂੰ ਨਰੋਇਆ ਕਰਦੇ, ਚੰਗਾ ਕਰਦੇ ਆ। ਉਹਦਾ ਵਚਨ ਦੱਸਦਾ ਹੈ, ਉਹ ਵਚਨ ਨੂੰ ਭੇਜ ਕੇ ਹੀ ਸਾਨੂੰ ਛੁਡਾਉਂਦਾ। ਤੇ ਜੇ ਤੁਸੀਂ ਛੁੱਟਣਾ ਚਾਹੁੰਦੇ ਆ ਪਾਪ ਤੋਂ, ਵਧੀਆਂ ਤੋਂ, ਕਮਜ਼ੋਰੀਆਂ ਤੋਂ, ਬਿਮਾਰੀਆਂ ਤੋਂ, ਆਪਣੇ ਬੁਰੇ ਹਾਲਾਤਾਂ ਤੋਂ, ਤੇ ਇਹਨੂੰ ਪੜ੍ਹੋ। ਇਹ ਉਹ ਮੈਡੀਸਨ ਆ ਜਿਹੜੇ ਦੁਨੀਆ ਦਾ ਕੋਈ ਸਾਇੰਸਦਾਨ ਤੁਹਾਨੂੰ ਦੇ ਨਹੀਂ ਸਕਦਾ। ਇਹ ਉਹ ਮੈਡੀਸਨ ਆ, ਜਦੋਂ ਇਸ ਨੂੰ ਆਪਣੇ ਅੰਦਰ ਲੈ ਲਿਆ, ਕੋਈ ਪਾਪ ਤੁਹਾਡੇ ਜੀਵਨ 'ਚ ਰਹੇਗਾ ਨਹੀਂ, ਕੋਈ ਦੁੱਖ ਤੁਹਾਡੇ ਜੀਵਨ 'ਚ ਰਹੇਗਾ ਨਹੀਂ, ਕੋਈ ਬਿਮਾਰੀ ਤੁਹਾਡੇ ਜੀਵਨ 'ਚ ਠਹਿਰ ਨਹੀਂ ਸਕੇਗੀ, ਕੋਈ ਆਲਸਪੁਣ, ਕੋਈ ਵੀ ਇਦਾਂ ਦੀ ਬੁਰੀ ਚੀਜ਼ ਤੁਹਾਡੇ ਜੀਵਨ 'ਚ ਠਹਿਰ ਨਹੀਂ ਸਕੇਗੀ, ਜਿਸ ਦਿਨ ਇਹ ਮੈਡੀਸਨ ਨੂੰ ਤੁਸੀਂ ਆਪਣੇ ਅੰਦਰ ਲੈ ਲਿਆ। ਇਸ ਮੈਡੀਸਨ ਦਾ ਜੋ ਬਣਾਉਣ ਵਾਲਾ ਹੈ, ਜੋ ਸਾਡਾ ਰਚਣ ਵਾਲਾ ਹੈ, ਉਹ ਆਖਦਾ ਹੈ ਕਿ ਮੈਂ ਆਪਣਾ ਵਚਨ ਭੇਜ ਕੇ ਤੁਹਾਨੂੰ ਛੁਡਾ ਲਿਆ। ਸੋ ਇਸ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ, ਤੁਸੀਂ ਜਾਣ ਹੀ ਗਏ ਹੋਵੋਗੇ। ਜਿਹੜੇ ਨਹੀਂ ਪੜ੍ਹਦੇ ਉਹਨਾਂ ਦੇ ਲਈ ਆ, ਜਿਹੜੇ ਪੜ੍ਹਦੇ ਆ ਉਹ ਜਾਣਦੇ ਆ ਖੁਦਾ ਦੇ ਸੁਭਾਅ ਬਾਰੇ। ਉਹ ਫਿਰ ਉਸ ਚਾਲ ਤੋਂ ਬਚ ਜਾਂਦੇ ਕਿ ਨਹੀਂ, ਖੁਦਾ ਨੇ ਇਸ ਰਸਤੇ ਥਾਣੀ ਜਾਣ ਨੂੰ ਨਹੀਂ ਕਿਹਾ, ਇਸ ਥਾਣੀ ਜਾਣ ਨੂੰ ਕਿਹਾ। ਸੋ ਮੈਂ ਇਸ ਵਚਨ ਨੂੰ ਪੜ੍ਹਦੀ ਹਾਂ। ਖੁਦਾਵੰਦ ਨੇ ਇਹਦੇ ਵਿੱਚ ਲਿਖਿਆ, ਯਹੋਵਾ यूं कहता है, आकाश मेरा सिंहासन और पृथ्वी मेरे चरणों की चौकी है। हालेलुया। तुम मेरे लिए कैसा भवन बनाओगे और मेरे विश्राम का कौन सा स्थान होगा? हालेलुया। यहोवा की जो वाणी है, ये वस्तुआं मेरी ही हाथ की बनाई हुई हैं, इसलिए ये सब मेरी ही हैं, परंतु मैं उसकी ओर दृष्टि करूँगा जो दीन और खेदित मन का हो। हालेलुया। और मेरे वचन सुनकर थरथराता हो। प्रेज द लॉर्ड, प्रेज द लॉर्ड।
ਅਗਰ ਤੁਹਾਨੂੰ ਪਰਮੇਸ਼ਵਰ ਦੀ ਵਿਜ਼ਡਮ ਤੁਹਾਡੇ ਕੋਲ ਆ ਤੇ ਜਦੋਂ ਇਹ ਵਚਨ ਤੁਸੀਂ ਪੜੋਗੇ ਤੇ ਤੁਹਾਡੇ ਰੋਮਟੇ ਖੜੇ ਹੋ ਜਾਣਗੇ ਕਿ ਖੁਦਾਵੰਦ ਸਾਨੂੰ ਇੱਥੇ ਕੀ ਕਹਿ ਰਿਹਾ। ਦੇਖੋ ਖੁਦਾ ਨੇ ਖੁਦ ਲਿਖਿਆ, ਖੁਦਾ ਨੇ ਖੁਦ ਇਹ 'ਚ ਕਿਹਾ ਯਹੋਵਾ ਯੂੰ ਕਹਤਾ ਹੈ। ਯਹੋਵਾ ਇੱਦਾਂ ਆਖਦਾ ਤੁਹਾਨੂੰ। ਇਹ ਸੁਣਨ ਵਾਲਿਓ, ਪਰਮੇਸ਼ਵਰ ਤੁਹਾਨੂੰ ਕੀ ਆਖਦਾ ਕਿ ਤੁਸੀਂ ਮੇਰੇ ਲਈ ਕਿਹੜਾ ਭਵਨ ਬਣਾ ਸਕਦੇ ਆ। ਕਹਿੰਦਾ ਸਵਰਗ ਮੇਰਾ ਸਿੰਘਾਸਣ ਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ। ਕੀ ਉਹਦੇ ਲਈ ਬਣਾ ਲੂੰਗੇ? ਏਡਾ ਵਿਸ਼ਾਲ ਆ, ਕਿਸੇ ਦੀ ਹੈਸੀਅਤ ਹੈ ਏਡਾ ਵਿਸ਼ਾਲ ਭਵਨ ਬਣਾ ਕੇ ਦੇਣ ਲਈ ਯਹੋਵਾ ਲਈ। ਕਹਿੰਦਾ ਕਿਹੜਾ ਵਿਸ਼ਰਾਮ ਦਾ ਤੁਸੀਂ ਮੇਰੇ ਲਈ ਠਹਿਰਾਓਗੇ, ਮੇਰੇ ਵਿਸ਼ਰਾਮ ਕਰਨ ਲਈ ਕੀ ਠਹਿਰਾ ਸਕਦੇ ਆ ਤੁਸੀਂ? ਕੀ ਤੁਸੀਂ ਪਰਮੇਸ਼ਵਰ ਲਈ ਭਵਨ ਬਣਾ ਸਕਦੇ ਆ? ਉਹ ਕਹਿੰਦਾ ਹਰ ਵਸਤੂ ਮੇਰੇ ਹੱਥਾਂ ਨਾਲ ਰਚੀ ਗਈਆਂ, ਤੁਸੀਂ ਉਹਨੂੰ ਕੀ ਅਰਪਣ ਕਰ ਸਕਦੇ? ਪਰਮੇਸ਼ਵਰ ਇੱਥੇ ਸਾਨੂੰ ਪੁੱਛ ਰਿਹਾ ਆ, ਯਹੋਵਾ ਯੂੰ ਕਹਤਾ ਹੈ। ਕੁਐਸਚਨ ਕਰਦਾ ਸਾਨੂੰ ਪਰਮੇਸ਼ਵਰ। ਇਹਦਾ ਉੱਤਰ ਸਾਡੇ ਤੋਂ ਮੰਗ ਰਿਹਾ, ਕੁਐਸਚਨ ਕਰ ਰਿਹਾ ਪਰਮੇਸ਼ਵਰ ਇੱਥੇ। ਮੇਰੇ ਵਿਸ਼ਰਾਮ ਕਾ ਕੌਣ ਸਾ ਸਥਾਨ ਹੋਗਾ? ਕੁਐਸਚਨ ਮਾਰਕ ਲੱਗਾ ਆ। ਯਹੋਵਾ ਨੇ ਸਾਨੂੰ ਕੁਐਸਚਨ ਕੀਤਾ, ਪਰਮੇਸ਼ਵਰ ਨੇ ਕਿ ਇਨਸਾਨ ਦੱਸ ਤੂੰ ਮੇਰੇ ਲਈ ਕਿਹੜਾ ਭਵਨ ਬਣਾ ਸਕਦਾ? हालेलुया, प्रेज द लॉर्ड। यहोवा की बाणी ये है, यहोवा की कहता जे सब वस्तुआं मेरी ही बनाई हुई है। परमेश्वर कहता सारियां वस्तुआं मैं रचियां। जे तुसी मैनू फुल अर्पण करना आउंदे आ जां तुसी मैनू कुछ भी इदां दा अर्पण करना आउंदे आ, खुदा कहता मैं ही उगाया आ। साग पत्त, अन्न अनाज, दुध, जानवर, पशु पंछी, सब कुछ कहता मैं रचिया। की तुसी मैनू अर्पण कर दिता? मेरा ही आ, ये तो पहले ही मेरा आ। मैं बनाया इन्हों कि इंसान तू मैनू की दे सकदा आ? तुहानू की लगता असी बलिदान इदां दे चढ़ा के, ज़्यादा पैसे परमेश्वर दे भवन च चढ़ा के जां ज़्यादा इदां दा कुछ करके ते असी परमेश्वर नू प्रसन्न कर लूँगे? खुदा कहता सब कुछ मेरा ही दिता, मैं इन्हां तो प्रसन्न नहीं हुंदा। ते परमेश्वर किहदे तो प्रसन्न हुंदा? सुनो, परंतु मैं उसकी ओर दृष्टि करता हूँ। यहोवा कहता मैं उहदे वल निगाह करदा आ जो दीन और खेदित मन का है। परमेश्वर किहदे वल निगाह करदे आ? जिहड़े दीन आ, नरम आ, हंबल कीता होया अपने आप नूं, घमंड उन्हां तो दूर आ, खेदित मन वाले, दुखी हिरदे वाले आ, कि जिहड़े सब कुछ करके थक गए, हार गए, टुट चुके आ, खेदित हो चुके आ। परमेश्वर उन्हां ते फिर दृष्टि करदा जिहड़े अपने आप नूं दीन कर चुके आ, जीरो कर चुके आ। परमेश्वर कहता फिर मैं उन्हां ते दया करदा जिहड़े मेरे वचन नूं सुन के कंबदे ते डरदे आ। तुहाडे विचों किन्ने जणे आ जो खुदा दा वचन सुन के कंबदे ते डरदे आ? तुसीं सोचदे होगे कि वचन सुन के असीं क्यों डरीए? ये तां परमेश्वर आ, प्यारा खुदा साडा। पर उन्हें क्या ऐ इंसान अपनी चाल वल ध्यान दे, अजिहा ना होवे कि यहोवा दा क्रोध तेरे ते आ पवे। सो सानू किन्ना जरूरी आ कि असीं परमेश्वर नूं किद्दां खुश करना, उहदा नेचर किद्दां जानना आ कि खुदा साडे तो की एक्सैप्ट कर रहा, कि असीं परमेश्वर लई भवन बना रहे हां तां परमेश्वर साडे वल देख रहा? नो, खुदा कहता तुसीं मैनू कुछ भी इंसान दे नहीं, तू मैनू कुछ भी दे नहीं सकदा, तू इस योग्य ही नहीं इंसान। असीं इस योग नहीं हो कि खुदा नूं कुछ अर्पण कर सकीए। टुट्टा मन परमेश्वर दे योग्य बलिदान दी भेंट आ, ये परमेश्वर दे वचन च लिखिया है। पिसे हुए लोग, टुटे हुए लोग, जदों असीं टुट के खुदा दे कोल जांदे आ, सारे घमंड तो टुट के, सारी मैं तो टुट के, पहलां साडे च मैं आ, घमंड आ, तद तक परमेश्वर साडे ते निगाह नहीं करदे। असीं कुछ भी चढ़ाई जाइए, साडे हिरदियां दे विच मैं फसी आ, हेरा फेरी फसी आ, अपने आप नूं अव्वल दिखाउण दे लई घमंड वा, हंकार आ, ते खुदा तुहाडे वल दृष्टि भी नहीं करदा।
कि तुसी कौन आ, मैं तो तुहानूं जाणदा भी नहीं। किहदे ते दृष्टि करदा परमेश्वर? ਜਦੋਂ ਟੁੱਟ ਕੇ, ਆਪਣੇ ਘਮੰਡ ਤੋਂ ਟੁੱਟ ਕੇ, ਆਪਣੇ ਗਰੂਰ ਤੋਂ ਟੁੱਟ ਕੇ ਜਦੋਂ ਖੁਦਾ ਨੂੰ ਕਹਿ ਦੋਗੇ ਕਿ ਖੁਦਾ ਮੈਂ ਟੁੱਟ ਚੁੱਕਾ ਪਾਪ ਕਰ ਕਰਕੇ, ਤੂੰ ਮੇਰੇ ਤੇ ਦਇਆ ਕਰ, ਫਿਰ ਖੁਦਾ ਸਾਨੂੰ ਕੀ ਕਰਦਾ? ਬਣਾਉਂਦਾ ਆ, ਮੋਲਡ ਕਰਦਾ, ਫਿਰ ਸਾਡੇ ਤੇ ਦ੍ਰਿਸ਼ਟੀ ਕਰਦਾ। ਹੰਕਾਰੀਆਂ ਦੇ ਉੱਤੇ, ਘਮੰਡੀਆਂ ਤੇ ਉਹ ਦ੍ਰਿਸ਼ਟੀ ਨਹੀਂ ਕਰਦਾ। ਸੋ ਜਿੰਨੇ ਵੀ ਜਾਣ ਅੱਜ ਵੀ ਹੰਕਾਰ ਦੇ ਵਿੱਚ ਆ, ਪੈਸੇ ਦੇ ਘਮੰਡ ਦੇ ਵਿੱਚ ਆ, ਜਾਂ ਆਪਣੇ ਸੋਹਣੇਪਨ ਦੇ ਵਿੱਚ ਘਮੰਡ ਦੇ ਵਿੱਚ ਆ, ਜਾਂ ਆਪਣੇ ਕਿਸੇ ਵੀ ਕੰਮ ਨੂੰ ਲੈ ਕੇ ਘਮੰਡ ਦੇ ਵਿੱਚ, ਆਪਣੇ ਉੱਚੇ ਅਹੁਦੇ ਤੇ ਘਮੰਡ ਦੇ ਵਿੱਚ ਆ, ਉਹ ਇਸ ਵਚਨ ਨੂੰ ਜ਼ਰੂਰ ਸੁਣ ਕੇ ਆਪਣੇ ਘਮੰਡ ਤੋਂ ਥੱਲੇ ਆ ਜਾਓ, ਕਿਉਂਕਿ ਯਹੋਵਾ ਦੀ ਦ੍ਰਿਸ਼ਟੀ ਤੁਹਾਡੇ ਵੱਲ ਨਹੀਂ ਹੋ। ਚਾਹੇ ਤੁਸੀਂ 10 ਸਾਲ ਚਰਚ ਚੱਲ ਜਾਓ, 20 ਸਾਲ ਚਰਚ ਚੱਲ ਜਾਓ, ਪਰਮੇਸ਼ਰ ਤੁਹਾਡੇ ਵੱਲ ਦੇਖਦਾ ਵੀ ਨਹੀਂ ਹੋ, ਕਿਉਂਕਿ ਘਮੰਡੀਆਂ ਦਾ ਸਿਰ ਪਰਮੇਸ਼ਰ ਨੀਵਾਂ ਕਰਦਾ ਆ। ਘਮੰਡੀਆਂ ਲਈ ਯਹੋਵਾ ਦਾ ਨੇਚਰ ਜਿਹੜਾ ਆ, ਜੋ ਯਹੋਵਾ ਦੇ ਨੇਚਰ ਨੂੰ ਜਾਣਨਾ ਚਾਹੁੰਦੇ ਆ, ਪਰਮੇਸ਼ਰ ਨੇ ਲਿਖਿਆ ਘਮੰਡੀ ਜਿਹੜੇ ਲੋਕ ਆ, ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦਾ। ਟੁੱਟੇ ਹਿਰਦੇ ਵਾਲਿਆਂ ਨੂੰ ਪਸੰਦ ਕਰਦਾ, ਜਿਹੜੇ ਆਪਣੇ ਆਪ ਨੂੰ ਜ਼ੀਰੋ ਸਮਝ ਲੈਂਦੇ ਆ। ਸੋ ਤੁਸੀਂ ਪਰਮੇਸ਼ਰ ਨੂੰ ਕੀ ਦੇ ਸਕਦੇ? ਕੀ ਤੁਸੀਂ ਪਰਮੇਸ਼ਰ ਨੂੰ ਖੁਸ਼ ਕਰ ਸਕਦੇ ਆ? ਕਿੱਦਾਂ ਖੁਸ਼ ਕਰ ਸਕਦੇ ਪਰਮੇਸ਼ਰ ਨੇ? ਇਹਦੇ ਵਿੱਚ ਲਿਖ ਦਿੱਤਾ, ਟੁੱਟਾ ਮਨ, ਖੇਦਿਤ ਮਨ, ਦੀਨ, ਜਿਹੜੇ ਦੀਨ ਹੋ ਚੁੱਕੇ ਆ। ਅਸੀਂ ਦੀਨ ਹੋ ਗਏ। ਅਸੀਂ ਤਾਂ ਕਹਿੰਦੇ ਆ ਕਿ ਅਸੀਂ ਕਿਸੇ ਦੇ ਮੂਹਰੇ ਝੁਕਣਾ ਹੀ ਨਹੀਂ, ਤੇ ਖੁਦਾ ਦੇ ਭਵਨ 'ਚ ਜਾ ਕੇ ਬਲੈਸਿੰਗ ਵੱਡੀ ਮੰਗਦੇ ਆ, ਪਰ ਝੁਕਣਾ ਸਾਨੂੰ ਆਉਂਦਾ ਨਹੀਂ। ਤੇ ਮੱਤ ਭੁਲੇਖੇ 'ਚ ਰਹੋ ਕਿ ਤੁਸੀਂ ਪਰਮੇਸ਼ਰ ਦੇ ਭਵਨ 'ਚ ਬੈਠੇ ਆ ਤੇ ਖੁਦਾ ਤੁਹਾਡੇ ਤੇ ਦਇਆ ਕਰ ਦੇਗਾ। ਜਿਹੜੇ ਲੋਕਾਂ ਦਾ ਇਹ ਕੁਐਸਚਨ ਆ ਕਿ ਅਸੀਂ ਬੜੀ ਤੋਂ ਬੜੀ ਚਰਚ ਦੇ ਵਿੱਚ ਵੀ ਜਾ ਕੇ ਦੇਖ ਲਿਆ, ਸਾਡੇ ਤੇ ਤੱਕ ਕਦੀ ਕੁਝ ਹੋਇਆ ਨਹੀਂ, ਉਹਨਾਂ ਨੂੰ ਇਹ ਵਚਨ ਪੜ੍ਹਨ ਤੇ ਸੋਚਣ ਦੀ ਜ਼ਰੂਰਤ ਆ, ਕਿਉਂਕਿ ਪਰਮੇਸ਼ਵਰ ਦੇ ਦਾਸ ਨੇ ਕੁਝ ਨਹੀਂ ਕਰਨਾ ਕਿਹਨੇ? ਖੁਦਾ ਨੇ, ਜਿਹੜਾ ਤੁਹਾਡੇ ਦਿਲ ਤੇ ਗੁਰਦਿਆਂ ਨੂੰ ਜਾਂਚ ਰਿਹਾ। ਤੁਸੀਂ ਚਰਚ 'ਚ ਬੈਠੇ ਕਿਹੜੀ ਨੀਤ ਨਾਲ ਆ? ਕਿਹੜੇ ਚੀਜ਼ਾਂ ਨਾਲ ਭਰ ਕੇ ਉੱਥੇ ਬੈਠੇ ਹੋਏ ਆ? ਜੇ ਤਾਂ ਖਾਲੀ ਕਰਕੇ ਬੈਠੇ ਆ, ਦੀਨ ਹੋ ਕੇ ਬੈਠੇ ਆ, ਖੁਦਾ ਤੁਹਾਡੇ ਤੇ ਦ੍ਰਿਸ਼ਟੀ ਕਰੇਗਾ। ਭਵਨ ਦੇ ਵਿੱਚ, ਪਰਮੇਸ਼ਵਰ ਦੀਆਂ ਚਰਚਾਂ ਦੇ ਵਿੱਚ, ਪਰਮੇਸ਼ਵਰ ਦੇ ਘਰ ਦੇ ਵਿੱਚ ਕਿਹਨਾਂ ਲੋਕਾਂ ਤੇ ਦਇਆ ਹੁੰਦੀ ਆ? ਜਿਹੜੇ ਦੀਨ ਹੋ ਕੇ ਆਪਣੇ ਆਪ ਨੂੰ ਖਾਲੀ ਕਰਕੇ ਟੁੱਟ ਕੇ ਬੈਠ ਗਏ ਆ। ਜੇ ਤੁਸੀਂ ਬਹੁਤ ਸਾਰਾ ਘਮੰਡ ਲੈ ਕੇ ਬੈਠੇ ਆ, ਦੂਸਰੇ ਦੇ ਪ੍ਰਤੀ ਈਰਖਾ ਨੂੰ ਲੈ ਕੇ ਬੈਠੇ ਆ, ਦੂਸਰੇ ਦੇ ਪ੍ਰਤੀ ਨਫ਼ਰਤ ਨੂੰ ਲੈ ਕੇ ਬੈਠੇ ਆ, ਤੇ ਤੁਸੀਂ ਕਹਿੰਦੇ ਅਸੀਂ ਬੜੀਆਂ ਚਰਚਾਂ 'ਚ ਵੀ ਜਾਏ, ਉਹਦੇ 'ਚ ਵੀ ਜਾਏ, ਸਾਡੇ ਤੇ ਤਾਂ ਕੁਛ ਨਹੀਂ ਹੋਇਆ। ਤੇ ਮੂਰਖ ਇਨਸਾਨ, ਸਮਝ ਕਿ ਤੂੰ ਅਜੇ ਟੁੱਟਾ ਹੀ ਨਹੀਂ ਹੋ, ਤੇਰੇ 'ਚ ਵਿੱਚ ਕਮੀ ਆ, ਪਰਮੇਸ਼ਵਰ 'ਚ ਕਮੀ ਨਹੀਂ ਹੈਗੀ, ਨਾ ਪਰਮੇਸ਼ਵਰ ਦੇ ਕਿਸੇ ਦਾਸ 'ਚ ਕਮੀ ਆ। ਕਮੀ ਸਾਡੇ 'ਚ ਆ, ਕਿਉਂਕਿ ਅਸੀਂ ਉਸ ਘਮੰਡ ਨੂੰ ਤੋੜਨਾ ਹੀ ਨਹੀਂ ਚਾਹੁੰਦੇ, ਉਸ ਗਰੂਰ ਨੂੰ ਤੋੜਨਾ ਹੀ ਨਹੀਂ ਚਾਹੁੰਦੇ, ਉਹ 'ਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਅਸੀਂ ਝੁਕਣਾ ਹੀ ਨਹੀਂ ਚਾਹੁੰਦੇ। ਸੋ ਪਰਮੇਸ਼ਵਰ ਦੀ ਆਸ਼ੀਸ਼ ਨੂੰ ਕਿੱਥੋਂ ਲੈ ਲਓਗੇ? ਪਰਮੇਸ਼ਵਰ ਕਹਿੰਦਾ, ਜਦ ਤੂੰ ਮੇਰਾ ਬਚਨ ਸੁਣੇ, ਥਰਥਰਾਈ, ਕੰਬੀ, ਕਿ ਖੁਦਾ ਦਾ ਵਚਨ ਤੈਨੂੰ ਕੀ ਕਹਿ ਰਿਹਾ। ਪਰਮੇਸ਼ਵਰ ਦੇ ਇੰਨੇ ਜ਼ਬਰਦਸਤ ਵਚਨ ਆ, ਜਿੱਥੇ ਯਹੋਵਾ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਆ ਹਰ ਇਨਸਾਨ ਦੇ ਲਈ, ਕਿ ਜੇ ਤੂੰ ਇਸ ਤਰ੍ਹਾਂ ਕਰੇਗਾ ਤੇਰੇ ਤੇ ਬਪਿੱਤੀ ਆ ਜਾਏਗੀ, ਮੁੜਿਆ ਤੌਬਾ ਕਰ ਲਾ। ਇਜ਼ਰਾਈਲੀਆਂ ਨੂੰ ਪਰਮੇਸ਼ਵਰ ਬਾਰ-ਬਾਰ ਚਿੰਨ੍ਹ ਤੇ ਚਮਤਕਾਰ ਦਿਖਾਉਂਦਾ ਸੀ, ਫਿਰ ਵੀ ਉਹ ਕੁੜਕੜਾਈ ਜਾਂਦੇ ਸੀ। ਖੁਦਾ ਉਹਨਾਂ ਤੇ ਦਇਆ ਕਰੀ ਜਾਂਦਾ ਸੀ, ਪਰ ਉਹ ਕੁੜਕੜਾਈ ਜਾਂਦੇ ਸੀ। ਤੇ ਪਰਮੇਸ਼ਵਰ ਦੇ ਅੱਗੇ ਕੁੜਕੜਾਉਣ ਦਾ ਉਹਨਾਂ ਦੇ ਅੱਗੇ ਰਿਜ਼ਲਟ ਕੀ ਨਿਕਲਿਆ? 40 ਦਿਨਾਂ ਦੇ ਸਫ਼ਰ ਨੂੰ 40 ਸਾਲ ਬਣਾ ਲਿਆ ਉਹਨੇ ਆਪਣੇ ਆਪ, ਕਿਉਂਕਿ ਦੀਨ ਨਹੀਂ ਹੁੰਦੇ ਸੀ, ਉਹ ਕੁੜਕੜਾਉਂਦੇ ਸੀਗੇ। ਅਸੀਂ ਵੀ ਕੰਪਲੇਨ ਲੈ ਕੇ ਬੈਠੇ ਆ ਖੁਦਾ ਦੇ ਅੱਗੇ, ਅਸੀਂ ਡਰਦੇ ਕੰਬਦੇ ਉਹਦੇ ਅੱਗੇ ਨਹੀਂ ਬੈਠੇ। ਸਾਨੂੰ ਡਰਨਾ, ਸਾਡੀ ਕੀ ਫਿਤਰਤ ਆ ਅਸੀਂ ਖੁਦਾ ਨੂੰ ਕੁੜਕੜਾ ਸਕੀਏ? ਸਾਡੀ ਕੀ ਔਕਾਤ ਆ ਅਸੀਂ ਖੁਦਾ ਨੂੰ ਇਹ ਕਹਿ ਸਕੀਏ ਤੂੰ ਕਿਉਂ ਨਹੀਂ ਕਰ ਰਿਹਾ, ਤੂੰ ਆਹ ਨਹੀਂ ਕਰ ਰਿਹਾ, ਤੂੰ ਉਹ ਨਹੀਂ ਕਰ ਰਿਹਾ, ਦੇਖ ਮੈਂ ਤੇਰੇ ਭਵਨ 'ਚ ਜਾਂਦਾ, ਦਸਵੰਧ ਦੇਈ ਜਾਂਦਾ, ਸਭ ਕੁਝ, ਤੂੰ ਕਿਉਂ ਨਹੀਂ ਕਰ ਰਿਹਾ? ਕੀ ਹੈਸੀਅਤ ਹੈ ਇਨਸਾਨ ਤੇਰੀ, ਤੂੰ ਖੁਦਾ ਦੇ ਅੱਗੇ ਕੁਐਸਚਨ ਕਰ ਸਕੇ? ਤੂੰ ਇੱਕ ਘਾਸ ਦੇ ਸਮਾਨ ਆ। ਪਰਮੇਸ਼ਰ ਕਹਿੰਦਾ ਇਨਸਾਨ ਆਪਣੀ ਫਿਤਰਤ ਨੂੰ ਜਾਣ। ਕੀ ਤੁਸੀਂ ਖੁਦਾ ਦੇ ਕੋਲੋਂ ਲੈ ਲਓਗੇ ਕੁੜਕੜਾ ਕੇ? ਉਹਦਾ ਡਰ ਤੇ ਭੈ ਰੱਖੋ ਕਿ ਜਿਸ ਨੇ ਤੁਹਾਡੇ ਘਿਨਾਉਣੇ ਪਾਪਾਂ ਦੇ ਉੱਤੇ ਢੱਕਣ ਲਾਤਾ ਤੇ ਆਪਣੀ ਦਇਆ ਕਰ ਦਿੱਤੀ, ਨਹੀਂ ਤਾਂ ਨਾ ਧਰਤੀ ਤੇ ਤੁਹਾਡੇ ਮਾਫੀ ਸੀ, ਨਾ ਉੱਪਰ ਮਾਫੀ ਨਹੀਂ ਸੀ। ਅਗਰ ਯਹੋਵਾ ਦਇਆ ਨਾ ਕਰਦਾ, ਆਪਣੇ ਪੁੱਤਰ ਨੂੰ ਤੁਹਾਡੇ ਲਈ ਕੁਰਬਾਨ ਨਾ ਕਰਦਾ, ਤੇ ਮਾਫੀ ਨਹੀਂ ਸੀ ਧਰਤੀ ਦੇ ਉੱਤੇ, ਤੇ ਸਵਰਗ 'ਚ ਕਿੱਥੋਂ ਹੋਣੀ ਸੀ?
ਉਹਦੀ ਏਸੀ ਦਇਆ ਦੇ ਕਰਕੇ ਉਹਦੇ ਅੱਗੇ ਦੀਨ ਹੋ ਜਾਓ, ਨਰਮ ਹੋ ਜਾਓ, ਘਮੰਡ ਨੂੰ ਤੋੜ ਦਿਓ, ਡਰਦੇ ਹੋ ਉਹਦੇ ਕੋਲ ਜਾਓ ਕਿ ਉਹ ਮਹਾਨ ਪਵਿੱਤਰ ਪਰਮੇਸ਼ਵਰ ਆ, ਜਲਾਲ ਨਾਲ ਭਰਿਆ ਹੋਇਆ। ਆਪਣੇ ਆਪ ਨੂੰ ਜਿਹੜਾ ਇਨਸਾਨ ਤੋੜ ਲਊਗਾ, ਆਪਣੇ ਆਪ ਨੂੰ ਜਿਹੜਾ ਇਹਨਾਂ ਚੀਜ਼ਾਂ ਤੋਂ ਰਾਹਤ ਕਰ ਲਊਗਾ, ਉਹੀ ਪਰਮੇਸ਼ਵਰ ਕਹਿੰਦਾ ਮੈਂ ਉਹਦੇ ਤੇ ਦ੍ਰਿਸ਼ਟੀ ਕਰੂੰਗਾ। ਉਹਨੇ ਸਪਸ਼ਟ ਲਿਖ ਦਿੱਤਾ। ਪਹਿਲਾਂ ਉਹਨੇ ਸਾਨੂੰ क्वेश्चन ਕੀਤਾ, यहोवा यूं कहता है, आकाश मेरा सिंहासन और पृथ्वी मेरे चरणों की चौकी है। तुम मेरे लिए कैसा भवन बनाओगे और मेरे विश्राम का कौन सा स्थान होगा। क्वेश्चन ਤੁਹਾਨੂੰ क्वेश्चन ਕੀਤਾ, ਮੈਨੂੰ क्वेश्चन ਕੀਤਾ ਪਰਮੇਸ਼ਵਰ ਨੇ। ਅਸਲੀ ਪਰਮੇਸ਼ਵਰ ਦਾ ਭਵਨ ਕਿਹੜਾ ਆ? ਸਾਡਾ ਅੰਦਰ। ਬਾਈਬਲ ਦੱਸਦੀ ਹੈ ਤੁਸੀਂ ਪਵਿੱਤਰ ਆਤਮਾ ਦੇ ਮੰਦਰ ਹੋ, ਤੇ ਜਿੱਥੇ ਤੁਸੀਂ ਪਰਮੇਸ਼ਵਰ ਨੂੰ ਬਿਠਾਉਣਾ ਆ ਉੱਥੇ ਵਿੱਚ ਉਹਦੇ ਵਿੱਚ ਤਾਂ ਘਮੰਡ ਭਰਿਆ। ਟੁੱਟ ਨਹੀਂ ਰਹੇ ਅਸੀਂ ਆਪਣੇ ਆਪ ਨੂੰ ਮਤਲਬ ਦੂਜੇ ਤੋਂ ਨੀਵਾਂ ਕਰ ਹੀ ਨਹੀਂ ਸਕਦੇ, ਕਿਉਂਕਿ ਆਪਾਂ ਫਿਰ ਅਗਰ ਛੋਟਾ ਕਰ ਲਿਆ ਆਪਣੇ ਆਪ ਨੂੰ ਤਾਂ ਸਾਡੀ ਜਿਹੜੀ ਆ ਪੋਜੀਸ਼ਨ ਘਟ ਜਾਣੀ। ਅਸੀਂ ਪੋਜੀਸ਼ਨਾਂ ਦੇ ਚੱਕਰ ਦੇ ਵਿੱਚ, ਘਮੰਡ ਦੇ ਵਿੱਚ ਆ, ਤੇ ਮਤ ਭੁਲੇਖੇ ਚ ਰਿਓ ਕਿ ਯहोवा ਦ੍ਰਿਸ਼ਟੀ ਤੁਹਾਡੇ ਤੇ ਕਰੂਗਾ। ਉਹਨੇ ਸਪਸ਼ਟ ਲਿਖਿਆ ਕਿ ਦੀਨ ਔਰ ਖੇਦਿਤ ਮਨ ਕਾ ਹੋ, ਜਿਹਦੇ ਤੇ ਮੈਂ ਦ੍ਰਿਸ਼ਟੀ ਕਰੂੰਗਾ, मैं उसी पे दृष्टि करूंगा जो दीन और खेदित मन का हो। परमेश्वर ने कॉमा उत्थे स्टॉप कर दिता। ते सोचो, विचारो, बैठो थोड़ा टाइम परमेश्वर दे अगे, देखो तुहाडे च कित्थे कमियां, कित्थे घमंड आ, कित्थे हंकार आ, कित्थे वधियां आ, कित्थे अज भी तुसी नंबर 1 ते अपने आप नूं समझ रहे आ, अपने तो अपने दूजे तो वध अपने आप नूं समझ रहे। देखो किते अजिही गलती तां नहीं तुहाडे जीवन दे विच, अगर है तो उन्होंने कढ़ दो, क्योंकि खुदा ने तुहाडे वल फिर निगाह करनी है जो तुसी दीन ते खेदित मन वाले होए, टुट्टे मन वाले होए, अपने आप नूं जीरो कीता होया। मत भुलेखे च रहो, तुहाडा दसवंध परमेश्वर देख के तुहाडे ते दृष्टि करूगा। मत भुलेखे च रहो। सब तो पहला खुदा कहंदा ये तां सारियां वस्तुआं मेरियां ही आ, इंसान तू मैनू की चढ़ा सकदा, कुछ भी नहीं। जिते खुदा ने इहो ही लिख दिता कि तुहानूं लगदा ये वस्तुआं चढ़ा के तुसीं परमेश्वर नूं प्रसन्न कर लोगे, जिसने अपना इकलौता भी तुहाडे लई बख्शिश दिता। परमेश्वर कहंदा जे तू मैनूं प्रसन्न करना तां अपना दिल मैनूं दे दे, जिहड़ा मैनूं चाहीदा आ। ये देण नूं असीं तैयार नहीं, क्योंकि इहदे विच तां बहुत सारे विचार वो भरे होए आपां सुणदे आ, फिर उहदी मन दी ते दिल दी। खुदा लई जगह ही नहीं हैगी। खुदा लई जगह बनाओ, खुदा लई जगह बनाओ अपने हार्ट दे विच। खुदा तो डरो, कंबो, थरथराओ ਉਹਦੀ हजूरी 'ਚ जाण ਤੋਂ ਪਹਿਲਾਂ। ਉਹ महान परमेश्वर आ, ਤੁਹਾਡੇ ਇੱਕ ਇੱਕ ਸ਼ਬਦ ਦਾ ਉਹਨੇ ਲੇਖਾ ਲੈਣਾ ਆ। ਕਿਸ ਨੂੰ ਬੁੱਧੂ ਬਣਾ ਸਕਦੇ ਆ ਤੁਸੀਂ? ਪਰਮੇਸ਼ਵਰ ਨੂੰ। ਅਸੀਂ ਉਹਦੀ ਰਚਨਾ ਆ। ਜੇ ਰਚਨਾ ਖੁਦ ਹੀ ਆਪਣੇ ਆਪ ਨੂੰ ਵਿਗਾੜ ਰਹੀ ਆ ਤੇ ਪਰਮੇਸ਼ਵਰ ਦਾ ਕੀ ਕਸੂਰ? इस वचन नूं जरूर पढ़ियो, इहदे ते चित लाओ, मनन करियो कि यहोवा तुहानूं की कह रहा है। ਜਿਹੜੇ लोग अपने दान दसवंध बड़बड़ियां भेटां लैके कहंदे असीं परमेश्वर नूं प्रसन्न कर लवांगे, ते फिर तुसीं बलेम लगाउंदे असीं वड्डियां भेटां चढ़ाईयां, साडे ने तां कुछ नहीं होया। मत परमेश्वर दे दासां नूं कसूर कड्डो, क्योंकि तुसीं भेटां जदों चढ़ाउण गए बहुत सारा हंकार लैके नाल गए, मैं नाल लैके गए, मैं चढ़ा रहा। जदों तुसीं परमेश्वर दे अगे कुछ समर्पित करन लगे बहुत सारा घमंड लैके गए, ते परमेश्वर कहंदा मैं प्रसन्न नहीं इन्हां चीज़ां तों, मैं खेदित ते टुट्टे मन वालियां दे समीप रहिंदा, उन्हां वल दृष्टि करदा। जे तुसीं चाहुंदे आ परमेश्वर दी दृष्टि तुहाडे ते होवे ते टुट जाओ, बिखर जाओ, अपने आप नूं नीवें कर लो ताकि खुदा तुहाडे ते दया कर सके। इस वचन नूं जरूर पढ़ियो। ਅੱਜ ਦਾ ਇਹ ਵਚਨ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ, ਤੁਹਾਡੀ ਬੁੱਧੀ ਨੂੰ ਖੋਲਣ, ਤੁਸੀਂ ਸਮਝੋ ਤੇ ਆਪਣੇ ਆਪ ਨੂੰ ਖੁਦਾ ਦੇ ਵਚਨ ਦੇ ਅਨੁਸਾਰ ਢਾਲ ਲਓ, ਤੇ ਖੁਦਾ ਦੀ ਬੜੀ ਦਇਆ ਤੁਹਾਡੇ ਤੇ ਹੋਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।